एक शेर लिख भेजिया सी। मंजिल ना दे चिराग ना दे, हौसला तो दे। तिनके का ही सही तू, मगर आसरा तो दे। मैंने ये कब कहा कि मेरे हक में हो जवाब, लेकिन खामोश क्यों है तू, कोई फैसला तो दे। थल्ले लिखिया है, आप जी दी याद विच आप जी दी एक बच्ची। मंजिल ना दे चिराग ना दे, हौसला तो दे। नहीं चिराग भी दिता जा रहा है ताकि तुसी मंजिल दा रस्ता देख सको। रोज जो बोलिया जा रहा है ना, ये चिराग है, ये दीवा है, ये प्रकाश है। ज्ञान प्रकाश हुंदा है ना, इहदे द्वारा तुसी मंजिल दा रस्ता देख सकते हो। ते चिराग दिता जा रहा है, तुसी हथ दे विच फड़ के रस्ता देखण दी कोशिश तां करो। तुसी चिराग नूं हथ दे विच ही नहीं फड़दे हो। तुसी घबराउंदे हो। दरअसल वास्तविक ज्ञान तो भी आदमी घबराउंदा है, क्योंकि वास्तविक ज्ञान जदों हुंदा है ना, उदों संसार झूठ असत मिथ्या प्रतीत होण लग जांदा, हनेरा हनेरा प्रतीत होण लग जांदा है। इत्ते वास्तविक कुछ नज़र ही नहीं आउंदा है। आदमी डरदा है, वास्तविक ज्ञान तो भी डरदा है। बहुतिਆਂ ਨੂੰ थोड़ा थोड़ा रस्ता भी दिखदा है मंजिल दा, पर घबराउंदे हन, क्योंकि इधरला संसार छुटदा है। उस मंजिल वाल जाओगे ते इधरला संसार ते छुटेगा ही ना। एक पासे नूं जा सकते हो, जां बाहर नूं जां अंदर नूं। ओह मंजिल अंदर नूं है, संसार बाहर है। ते ऐसा नहीं है, ख्याल विच रखो। तुसीं कहा है ना भी चिराग तो दे, हौसला तो दे। रोज ही मैं हौसला ही दे रहा, ते हौसले दे नाल तुहानूं कह रहा तुसीं चिराग फड़ो, घबराओ ना। दरअसल ख्याल विच रखण योग है, कल्ला आदमी घबराउंदा है। यह जो मार्ग है ना, यह अज्ञात मार्ग है। प्रभु दा मार्ग अज्ञात है, तुहानूं ज्ञात थोड़ी है। ते जदों भी कोई प्रभु दे मार्ग ते चलदा है ना, उन्होंने लगदा मैं अकल्ला हो गया, क्योंकि तुहाडे नाल कोई नहीं चलदा है।
ਪ੍ਰਮਾਤਮਾ ਦਾ ਮਾਰਗ ਇਕੱਲੇ ਦਾ ਹੈ, ਅਗਿਆਤ ਹੈ। ਪਤਾ ਨਹੀਂ ਲੱਗਦਾ, ਕੋਈ ਵੀ ਨਾਲ ਨਹੀਂ ਹੈ। ਸੰਸਾਰਿਕ ਲੋਕ ਤੇ ਬਿਲਕੁਲ ਨਾਲ ਨਹੀਂ। ਸੰਸਾਰਿਕ ਲੋਕ ਤੇ ਈਰਖਾ ਕਰਨਗੇ, ਤੁਹਾਡੇ ਨਾਲ ਨਫ਼ਰਤ ਕਰਨਗੇ, ਬੇਵਕੂਫ ਸਮਝਣਗੇ, ਮੂਰਖ ਸਮਝਣਗੇ। ਕਿੱਧਰ ਸੰਸਾਰ ਨੂੰ ਛੱਡ ਕੇ ਚੱਲੇ ਹੋ? ਕੀ ਹੋ ਗਿਆ ਤੁਹਾਨੂੰ? ਕੁਛ ਅਕਲ ਨੂੰ ਹੱਥ ਮਾਰੋ, ਕੁਛ ਸਮਝਦਾਰੀ ਵਰਤੋ। ਕਿੱਧਰ ਜਾ ਰਹੇ ਹੋ? ਹਰ ਇੱਕ ਪ੍ਰਭੂ ਦੇ ਪਿਆਰੇ ਨੂੰ ਸੰਸਾਰਿਕ ਲੋਕ ਏਦਾਂ ਹੀ ਕਹਿੰਦੇ ਹਨ, ਬੇਵਕੂਫ ਸਮਝਦੇ ਹਨ, ਮੂੜ ਸਮਝਦੇ ਹਨ। ਗੌਤਮ ਬੁੱਧ ਨੂੰ ਬੁੱਧੂ ਕਿਹਾ ਸੀ ਲੋਕਾਂ ਨੇ। ਬਾਬੇ ਨਾਨਕ ਨੂੰ ਕੀ ਕਿਹਾ ਸੀ? ਕੋਈ ਕਹੇ ਭੂਤਨਾ, ਕੋ ਕਹੇ ਬੇਤਾਲ, ਕੋਈ ਕਹੇ ਆਦਮੀ ਨਾਨਕ ਵੇਚਾ। ਹੁਣ ਕਥਾ ਕਹਾਣੀਆਂ ਪੜ੍ਹ ਪੜ੍ਹ ਕੇ ਬੜੀ ਉਤਸਤਤ ਕਰਦੇ ਹਨ, ਪਰ ਉਸ ਸਮੇਂ ਵੀ ਇਹੋ ਹੀ ਲੋਕ ਸਨ ਜਿਹੜੇ ਹੁਣ ਉਸਤਤ ਕਰ ਰਹੇ ਹਨ। ਹੋਣਗੇ ਹੀ ਨਾ। ਤਾਂ ਉਦੋਂ ਭੂਤਨਾ ਕਹਿੰਦੇ ਸਨ। ਸੰਸਾਰ ਦੇ ਵਿੱਚ ਲੋਕ ਤਰੱਕੀਆਂ ਕਰਦੇ ਹਨ ਤੇ ਤੂੰ ਸੰਸਾਰ ਨੂੰ ਛੱਡ ਕੇ ਜਾ ਰਿਹਾ, ਉਜਾੜਾਂ 'ਚ ਬੈਠਦਾ ਹੈ। ਤੇ ਬੇਸਮਝੀ ਦਾ ਕੰਮ ਨਾ। ਤੇ ਸੰਸਾਰ ਦੇ ਲੋਕ ਤੇ ਸਗੋਂ ਨਾਰਾਜ਼ ਹੁੰਦੇ ਹਨ, ਬੇਸਮਝ ਸਮਝਦੇ ਹਨ, ਈਰਖਾ ਕਰਦੇ ਹਨ। ਉਹ ਕਿਵੇਂ ਸਾਥ ਦੇਣਗੇ? ਤੇ ਸਾਥ ਨਹੀਂ ਦਿੰਦੇ ਹਨ। ਸੰਸਾਰ ਦੇ ਲੋਕ ਤੇ ਕਤਈ ਸਾਥ ਨਹੀਂ ਦਿੰਦੇ। ਤੇ ਆਦਮੀ ਫਿਰ ਇਕੱਲਾ ਮਹਿਸੂਸ ਕਰਦਾ ਹੈ, ਇਕੱਲਾ ਹੋ ਗਿਆ। ਉਹਦਾ ਸਾਥ ਜ਼ਰੂਰੀ ਹੈ। ਤੇ ਇੱਧਰ ਸਾਥ ਦਿੱਤਾ ਜਾ ਰਿਹਾ ਹੈ ਵੀ ਤੁਸੀਂ ਹੱਥ ਫੜਾਓ ਤੇ ਸਹੀ, ਮੈਂ ਤੁਹਾਡੇ ਸਾਥ ਹਾਂ, ਤੁਸੀਂ ਘਬਰਾਓ ਨਾ। ਪ੍ਰਮਾਤਮਾ ਵੱਲ ਨੂੰ ਜਾ ਰਹੇ ਹਾਂ ਆਪਾਂ, ਤੇ ਜਿਹੜਾ ਪ੍ਰਮਾਤਮਾ ਵੱਲ ਨੂੰ ਜਾਂਦਾ ਹੈ ਉਹਨੂੰ ਘਬਰਾਉਣ ਦੀ ਕੀ ਲੋੜ? ਤੁਸੀਂ ਸੋਚੋ, ਪ੍ਰਭੂ ਤੇ ਬੜਾ ਪਿਆਰਾ ਹੈ, ਉਹਦੇ ਵੱਲ ਨੂੰ ਜਾਣ ਵਾਲਾ ਕਿਵੇਂ ਘਬਰਾਵੇ? ਸੰਸਾਰ ਵੱਲ ਨੂੰ ਜਾਣ ਵਾਲੇ ਘਬਰਾਉਣ ਵੀ ਇਕੱਲੇ ਹਨ, ਪਤਾ ਨਹੀਂ ਕੀ ਹੋਵੇ ਕੀ ਨਾ ਹੋਵੇ, ਮਿਲੇ ਨਾ ਮਿਲੇ। ਪਰਮਾਤਮਾ ਨੂੰ ਜਾਣ ਵਾਲਾ ਘਬਰਾਉਣ ਦੀ ਲੋੜ ਨਹੀਂ ਹੈ। ਤੇ ਇੱਧਰ ਹੌਸਲਾ ਦਿੱਤਾ ਜਾ ਰਿਹਾ ਹੈ, ਰੋਜ਼ ਹੀ ਹੌਸਲਾ ਦੇ ਰਿਹਾ ਹੈ ਮੈਂ, ਤੁਸੀਂ ਚੱਲੋ ਤੇ ਸਹੀ। ਤੇ ਪ੍ਰਕਾਸ਼ ਵੀ ਦਿੱਤਾ ਜਾ ਰਿਹਾ ਹੈ, ਚਿਰਾਗ ਵੀ ਤੁਹਾਡੇ ਹੱਥ ਦੇ ਵਿੱਚ ਫੜਾਇਆ ਜਾ ਰਿਹਾ। ਦੇਖੋ ਰਸਤਾ, ਤੁਸੀਂ ਗੌਰ ਨਾਲ ਦੇਖੋ। ਇਹ ਮੰਜ਼ਿਲ ਵੱਲ ਨੂੰ ਜਾ ਰਿਹਾ ਹੈ ਰਸਤਾ, ਜਿਹੜੇ ਰਸਤੇ ਦੀ ਰੋਜ਼ ਗੱਲ ਕੀਤੀ ਜਾ ਰਹੀ। ਮੰਜ਼ਿਲ ਜੇ ਨਹੀਂ ਨਜ਼ਰ ਆਉਂਦੀ, ਠੀਕ ਹੈ, ਦੂਰ ਹੈ, ਪਰ ਰਸਤਾ ਤੇ ਤੁਸੀਂ ਦੇਖ ਹੀ ਸਕਦੇ ਹੋ ਨਾ, ਚਿਰਾਗ ਦੇ ਨਾਲ, ਪ੍ਰਕਾਸ਼ ਦੇ ਨਾਲ। ਮੰਜ਼ਿਲ ਥੋੜੀ ਨਜ਼ਰ ਆ ਜਾਵੇਗੀ, ਰਸਤਾ ਨਜ਼ਰ ਆਉਂਦਾ ਹੈ ਪ੍ਰਕਾਸ਼ ਨਾਲ। ਰਸਤੇ ਤੇ ਚੱਲ ਚੱਲ ਕੇ ਆਦਮੀ ਜਦੋਂ ਮੰਜ਼ਿਲ ਦੇ ਕੋਲ ਪਹੁੰਚਦਾ ਹੈ, ਉਦੋਂ ਮੰਜ਼ਿਲ ਨਜ਼ਰ ਆਉਂਦੀ, ਫਿਰ ਪ੍ਰਕਾਸ਼ ਦੀ ਲੋੜ ਨਹੀਂ ਪੈਂਦੀ। ਜਦੋਂ ਮੰਜ਼ਿਲ ਆ ਗਈ ਫਿਰ ਪ੍ਰਕਾਸ਼ ਨੂੰ ਚੱਕ ਕੇ ਮਾਰਦਾ। ਇਸ ਕਰਕੇ ਗਿਆਨ ਵਿਅਰਥ ਹੋ ਜਾਂਦਾ ਹੈ ਜਦੋਂ ਮੰਜ਼ਿਲ ਆ ਜਾਏ। ਖਿਆਲ ਵਿੱਚ ਰੱਖੋ, ਗਿਆਨ ਦੀ ਸਾਰਥਕਤਾ ਮੰਜ਼ਿਲ ਤੱਕ ਹੈ। ਕਹਿੰਦੇ ਨੇ ਗੁਰੂਦੁਆਰੇ ਤੱਕ, ਗੁਰੂਦੁਆਰੇ ਤੋਂ ਅੱਗੇ ਮੰਜ਼ਿਲ ਸ਼ੁਰੂ ਹੋ ਜਾਂਦੀ। ਗੁਰੂਦੁਆਰ ਤੱਕ ਪਹੁੰਚ ਗਏ ਤੇ ਅੱਗੇ ਫਿਰ ਤੁਹਾਨੂੰ ਪ੍ਰਕਾਸ਼ ਦੀ ਲੋੜ ਨਹੀਂ ਹੈ, ਚੱਕ ਕੇ ਪਰੇ ਮਾਰੋ ਚਿਰਾਗ। ਉੱਥੇ ਫਿਰ ਹੌਸਲਾ ਕੰਮ ਕਰਦਾ। ਇਸ ਕਰਕੇ ਹੌਸਲਾ ਤੇ ਦਿੱਤਾ ਜਾ ਰਿਹਾ। ਤੁਸੀਂ ਇਹ ਤੇ ਦੋਸ਼ ਨਾ ਦਿਓ, ਕਮ ਸੇ ਕਮ ਰੋਜ਼ ਹੀ ਬੋਲਿਆ ਜਾ ਰਿਹਾ, ਰੋਜ਼ ਹੀ ਕਿਹਾ ਜਾ ਰਿਹਾ, ਕਿੰਨਾ ਨਹੀਂ ਹੌਸਲਾ ਦੇ ਰਿਹਾ। ਚਿਰਾਗ ਵੀ ਤੁਹਾਡੇ ਹੱਥ ਦੇ ਵਿੱਚ ਫੜਾ ਰਿਹਾ। ਹਾਂ, ਤੁਸੀਂ ਨਹੀਂ ਫੜ ਰਹੇ ਵੱਖ ਗੱਲ, ਨਹੀਂ ਸਮਝ ਰਹੇ ਵੱਖ ਗੱਲ, ਪਰ ਇਹ ਦੋਸ਼ ਨਾ ਲਾਓ ਤੁਸੀਂ। ਮੰਜ਼ਿਲ ਨਾ ਦੇ, ਚਿਰਾਗ ਨਾ ਦੇ, ਹੌਸਲਾ ਤੋਂ ਦੇ, ਨਹੀਂ ਦਿੱਤਾ ਜਾ ਰਿਹਾ ਹੈ। ਮੰਜ਼ਿਲ ਨਹੀਂ ਤੁਹਾਨੂੰ ਦਿੱਤੀ ਜਾ ਸਕਦੀ, ਚਿਰਾਗ ਹੱਥ ਦੇ ਵਿੱਚ ਫੜਾ ਕੇ ਕਿਹਾ ਜਾ ਰਿਹਾ ਵੀ ਇਹ ਰਸਤੇ 'ਚ ਚੱਲੋ, ਤੇ ਹੌਸਲਾ ਵੀ ਦਿੱਤਾ ਜਾ ਰਿਹਾ। ਤਿਨਕੇ ਕਾ ਹੀ ਸਹੀ,
तू मगर आसरा तो दे। नहीं, आसरा दिता जा रहा, ये दोष ना लाओ तुसी। हर वक्त ही आसरा दिता जा रहा, किन्ना नहीं किया जा रहा, चलो तुसी, चलो तुसी, आओ तुसी, आओ गुरसिख प्यारे, आओ, आए मिल गुरसिख प्यारे, आए मिल। किन्ना नहीं किया जा रहा, नित निके दा नहीं, सहारा तुहानू पूरा पूरा दिता जा रहा। इधर नाव खड़ी है, तू निके दा सहारा तुसी की कहंदे। मैं कहना आओ बैठो, जहाज खड़ा है, चलो। ते सहारा दिता जा रहा। मैंने ये कब कहा कि मेरे हक में हो जवाब, खामोश क्यों है तू, कोई फैसला तो दे। नहीं, खामोश नहीं हाँ मैं, देखो रोज ही बोल रहा। पर यह जो बोलिया जाता है ना, यह गल ख्याल विच रखण योग है भी शब्दां द्वारा इशारा हुंदा है। शब्दां द्वारा उन्होंने किया नहीं जा सकता, मंजिल नूं दसिया नहीं जा सकता, पर इशारा किया जाता है। शब्दां द्वारा इशारा हुंदा है। ਇਹੋ ਹੀ ਕਾਰਨ ਹੈ ਵੀ ਲੋਕ ਸ਼ਬਦ ਪੜ੍ਹਦੇ ਹਨ, ਵਿਚਾਰਦੇ ਹਨ, ਤਾਂ ਵੀ ਇਸ਼ਾਰਾ ਨਹੀਂ ਸਮਝ ਪਾਉਂਦੇ। ਇਸ਼ਾਰਾ ਤੇ ਬਹੁਤ ਕੋਈ ਵਿਰਲਾ ਹੀ ਸਮਝਦਾ ਹੈ। ਕਹਿੰਦੇ ਹਨ ਨਾ ਕਿ ਗੂੰਗੇ ਦੀ ਰਮਜ ਗੂੰਗੇ ਦੀ ਮਾਂ ਹੀ ਸਿਆਣਦੀ। ਇਹਦਾ ਕੀ ਭਾਵ ਹੋਇਆ ਵੀ ਜਿਹੜਾ ਗਹਿਰੇ ਤਲ ਤੇ ਜਾਣਦਾ, ਗਹਿਰੇ ਤਲ ਤੇ ਜੁੜਿਆ ਹੋਇਆ, ਉਹੋ ਹੀ ਰਮਜ ਸਮਝੇਗਾ। ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਫਕੀਰਾਂ ਕੋਲ, ਪ੍ਰਭੂ ਦੇ ਪਿਆਰਿਆਂ ਕੋਲ, ਗੁਰੂਆਂ ਕੋਲ ਰਹਿੰਦੇ ਸਨ ਜਗਿਆਸੂ ਗੁਰਮੁਖ ਪਿਆਰੇ, ਉਹ ਰਹਿੰਦੇ ਰਹਿੰਦੇ ਇੱਕੋ ਹੀ ਕੰਮ ਕਰਦੇ ਸਨ ਵੀ ਗੁਰੂ ਦਾ ਇਸ਼ਾਰਾ ਸਮਝ ਲੈਂਦੇ ਸਨ। ਸ਼ਬਦਾਂ ਦੁਆਰਾ ਇਸ਼ਾਰਾ ਹੁੰਦਾ ਹੈ ਤੇ ਰੋਜ਼ ਗੁਰੂ ਨੂੰ ਦੇਖਦੇ 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 ਵੀ ਸ਼ਬਦ ਤੇ ਗੁਰੂ ਹੋਰ ਬੋਲ ਰਿਹਾ ਹੈ, ਇਸ਼ਾਰਾ ਕੁਛ ਹੋਰ ਕਰ ਰਿਹਾ ਹੈ। ਤਾਂ ਉਹਨਾਂ ਦੀ ਨੇੜਤਾ ਦੇ ਵਿੱਚ, ਉਹਨਾਂ ਦੇ ਗਹਿਰੇ ਪ੍ਰੇਮ ਦੇ ਵਿੱਚ ਉਹਨਾਂ ਦਾ ਇਸ਼ਾਰਾ ਸਮਝ ਲੈਂਦੇ ਸਨ ਵੀ ਗੁਰੂ ਇਹ ਇਸ਼ਾਰਾ ਕਰ ਰਹੇ। ਸ਼ਬਦਾਂ ਦੁਆਰਾ ਇਸ਼ਾਰਾ ਹੁੰਦਾ। ਫਿਰ ਇਸ਼ਾਰਾ ਵੀ ਐਸਾ ਹੁੰਦਾ ਹੈ ਵੀ ਇੱਕ ਤੇ ਇਸ਼ਾਰਾ ਹੈ ਉਂਗਲ ਦੁਆਰਾ ਕਰਨਾ ਕਿਸੇ ਦਿਸ਼ਾ ਵੱਲ, ਜਿਵੇਂ ਸਾਹਮਣੇ ਚੰਦ ਵੱਲ ਇਸ਼ਾਰਾ ਕਰਕੇ ਸਮਝਾਉਣਾ ਵੀ ਉਹ ਚੰਦ ਹੈ। ਸੂਰਜ ਵੱਲ ਉਂਗਲ ਕਰਕੇ ਆਪਾਂ ਸਮਝਾ ਸਕਦੇ, ਪਰ ਪਰਮਾਤਮਾ ਵੱਲ ਉਂਗਲ ਕਰਕੇ ਇਸ਼ਾਰਾ ਨਹੀਂ ਹੁੰਦਾ ਹੈ, ਕਿਉਂਕਿ ਪਰਮਾਤਮਾ ਇੱਕ ਪਾਸੇ ਨਹੀਂ ਹੈ। ਪਰਮਾਤਮਾ ਵੱਲ ਇਸ਼ਾਰਾ ਹੁੰਦਾ ਹੈ ਮੁੱਠੀ ਬੰਦ ਕਰਕੇ। ਇਹ ਹੋਰ ਵੀ ਸਮਝਣਾ ਕਠਿਨ ਹੈ, ਖਿਆਲ ਵਿੱਚ ਰੱਖੋ। ਉਂਗਲ ਕਰਕੇ ਇਸ਼ਾਰੇ ਨੂੰ ਸਮਝਣਾ ਜੇ ਸਿਖਾਲਾ ਹੈ, ਕਿਉਂਕਿ ਇੱਕ ਪਾਸੇ ਹੈ ਉਂਗਲ ਜਾ ਰਹੀ, ਤੁਸੀਂ ਦੇਖ ਸਕਦੇ ਹੋ। ਪਰ ਮੁੱਠੀ ਬੰਦ ਕਰਕੇ ਇਸ਼ਾਰਾ ਕੀਤਾ ਹੋਇਆ ਕਿਵੇਂ ਸਮਝੋਗੇ? ਹੋਰ ਵੀ ਕਠਿਨ ਹੋ ਜਾਂਦਾ ਹੈ ਸਮਝਣਾ। ਇਸ ਕਰਕੇ ਪ੍ਰਮਾਤਮਾ ਦੇ ਇਸ਼ਾਰੇ ਹੀ ਕੀਤੇ ਗਏ ਹਨ ਜਿੰਨਾ ਉਪਦੇਸ਼ ਹੈ, ਪਰ ਸਮਝਣੇ ਕਠਿਨ। को कह तो बाहर बाहर, को कह तो सम्महियो, वरना देसे रूप न लखिए, सुहागन साथ बुझाइयो। परमात्मा ते सारे पासे, कोई कहंदा बाहर बाहर है, कोई कहंदा अंदर है, कोई कहंदा है अंदर है। वरना देसे रूप न लखी, ना ਉਹਦਾ ਵਰਨ ਹੈ ਨਾ ਰੂਪ ਹੈ।
ਸਾਗਨ ਸੁਹਾਗਨ ਸਾਥ ਬੁਝਾਈਓ, ਕਹਿੰਦੇ ਸਾਥ ਹੀ ਹੈ। ਕਿਵੇਂ ਸਮਝੋ? ਕਿਉਂਕਿ ਉਹ ਸਭ ਤਰਫ ਹੈ, ਬਾਹਰ ਵੀ ਹੈ, ਅੰਦਰ ਵੀ ਹੈ, ਸਾਥ ਵੀ, ਆਸ ਪਾਸ ਵੀ। ਇੰਗੇ ਨਿਰਗੁਣ ਉਂਗੇ ਸਰਗੁਣ, ਕੇਲ ਕਰਤ ਵਿੱਚ ਸੁਆਮੀ ਮੇਰ। ਤੂੰ ਤੇ ਹਰ ਵਕਤ, ਹਰ ਸਮੇਂ, ਹਰ ਥਾਂ, ਹਰ ਜਗ੍ਹਾ, ਹਰ ਪਾਸੇ ਉਹ ਹੀ ਹੈ। ਉਹਨੂੰ ਉਂਗਲ ਕਰਕੇ ਨਹੀਂ ਸਮਝਾਇਆ ਜਾ ਸਕਦਾ। ਉਂਗਲ ਕਰਕੇ ਪ੍ਰਮਾਤਮਾ ਨੂੰ ਨਹੀਂ ਸਮਝਾਇਆ ਜਾ ਸਕਦਾ। ਇਸ਼ਾਰਾ ਨਹੀਂ ਹੁੰਦਾ, ਸ਼ਬਦਾਂ ਦੁਆਰਾ ਵੀ ਨਹੀਂ ਸਮਝਾਇਆ ਜਾ ਸਕਦਾ। ਖਿਆਲ ਵਿੱਚ ਰੱਖੋ, ਸ਼ਬਦ ਸਿਰਫ ਇਸ਼ਾਰਾ ਹਨ। ਇਹੋ ਹੀ ਕਾਰਨ ਹੈ ਵੀ ਇਸ਼ਾਰਾ ਸਮਝਣਾ ਬਹੁਤ ਕਠਿਨ ਹੈ। ਹੁਣ ਕੋਈ ਸਿੱਧੇ ਤੌਰ ਤੇ ਹੀ ਸ਼ਬਦਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਉਪਦੇਸ਼, ਤਾਂ ਉਹਦੇ ਸਮਝ ਵਿੱਚ ਹੀ ਨਹੀਂ ਆਉਂਦਾ ਕੁਛ ਵੀ। ਹੁਣ ਸਿੱਧੇ ਤੌਰ ਤੇ ਕਿਵੇਂ ਸਮਝੋਗੇ ਤੁਸੀਂ? ਬਲਕਿ ਜਿਹੜਾ ਸਮਝਾਉਣ ਵਾਲਾ ਹੈ ਉਹਦੇ ਦੁਆਰਾ ਵੀ ਤੁਸੀਂ ਸਿੱਧੇ ਸਿੱਧੇ ਸ਼ਬਦਾਂ ਦੁਆਰਾ ਨਹੀਂ ਸਮਝ ਸਕਦੇ। ਉਹ ਵੀ ਸ਼ਬਦਾਂ ਦੁਆਰਾ ਇਸ਼ਾਰਾ ਹੀ ਕਰਦਾ। ਗੂੰਗੇ ਕਿਹੜੀ ਸਾਕਰ, ਹੁਣ ਗੂੰਗੇ ਦੀ ਸ਼ੱਕਰ ਹੈ, ਗੂੰਗੇ ਨੇ ਖਾ ਲਈ ਸ਼ੱਕਰ, ਹੁਣ ਕਿਵੇਂ ਸਮਝਾਵੇ? ਇਸ਼ਾਰੇ ਦੁਆਰਾ ਹੀ ਸਮਝਾਵੇਗਾ। ਸ਼ੱਕਰ ਨੂੰ ਸਮਝਾਉਣਾ ਤੇ ਫਿਰ ਸਖਾਲਾ ਹੈ, ਉਹ ਇਸ਼ਾਰਾ ਕਰਕੇ ਦੱਸ ਸਕਦਾ ਹੈ ਵੀ ਇਹੋ ਜਿਹੀ ਮਿਠਾਸ ਹੈ। ਵੀ ਇਹ ਸ਼ੱਕਰ ਨੂੰ ਸਮਝਾਉਣਾ ਹੋਰ ਕਠਿਨ ਹੈ, ਕਿਉਂਕਿ ਇਹਦੀ ਤੁਲਨਾ ਦੇ ਵਿੱਚ ਹੋਰ ਕੋਈ ਸ਼ੱਕਰ ਹੀ ਨਹੀਂ। ਉਸ ਸ਼ੱਕਰ ਨੂੰ ਤੇ ਕਹਿ ਸਕਦਾ ਹੈ ਇਸ਼ਾਰਾ ਕਰਕੇ ਵੀ ਉਹ ਸ਼ਹਿਦ ਵਰਗੀ ਹੈ, ਬਹੁਤ ਮਿੱਠੀ ਹੈ, ਪਰ ਇਹ ਸ਼ੱਕਰ ਨੂੰ ਸਮਝਾਉਣਾ ਹੋਰ ਵੀ ਕਠਿਨ ਹੈ। ਤੇ ਗੂੰਗੇ ਦੀ ਰਮਜ ਗੂੰਗੇ ਦੀ ਮਾਂ ਸਮਝਦੀ, ਭਾਵ ਕਿ ਨੇੜਤਾ ਦੇ ਵਿੱਚ ਇਸ਼ਾਰਾ ਸਮਝਿਆ ਜਾਂਦਾ। ਤੁਸੀਂ ਕਿਹਾ ਹੈ ਨਾ ਖਾਮੋਸ਼ ਕਿਉਂ ਹੈ? ਨਹੀਂ, ਖਾਮੋਸ਼ ਨਹੀਂ ਹਾਂ, ਹਰ ਵਕਤ ਤੁਹਾਨੂੰ ਇਸ਼ਾਰਾ ਕਰ ਰਿਹਾ ਹਾਂ। ਤੁਸੀਂ ਨਹੀਂ ਸਮਝ ਰਹੇ ਹੋ, ਅਜੇ ਨੇੜਤਾ ਨਹੀਂ ਬਣੀ, ਅਜੇ ਅੰਤਰੀ ਭਾਵ ਦੇ ਨਾਲ ਜੁੜੇ ਨਹੀਂ ਹੋ। ਜਿਹੜੇ ਜੁੜ ਜਾਂਦੇ ਹਨ ਜਾਂ ਜੁੜ ਰਹੇ ਹਨ, ਉਹ ਥੋੜ੍ਹਾ ਥੋੜ੍ਹਾ ਸਮਝ ਰਹੇ, ਉਹਨਾਂ ਨੂੰ ਇਸ਼ਾਰਾ ਮਿਲ ਰਿਹਾ ਹੈ, ਉਹ ਚੱਲ ਵੀ ਰਹੇ ਹਨ। ਖਿਆਲ ਵਿੱਚ ਰੱਖੋ। ਤੇ ਪ੍ਰਭੂ ਦਾ ਮਾਰਗ ਪਹਿਲਾਂ ਤਾਂ ਬਿਲਕੁਲ ਅਗਿਆਤ ਹੈ ਤੁਹਾਡੇ ਵਾਸਤੇ। ਇਸੇ ਕਾਰਨ ਕਰਕੇ ਹੀ ਸ਼ਰਧਾ ਹੁੰਦੀ ਹੈ, ਜਿਨ੍ਹਾਂ ਨੂੰ ਪ੍ਰੇਮ ਹੁੰਦਾ ਹੈ ਉਹ ਸਵੀਕਾਰ ਕਰਦੇ ਹਨ, ਉਹ ਚੱਲਦੇ ਹਨ, ਉਹ ਹੀ ਚਿਰਾਗ ਹੱਥ ਦੇ ਵਿੱਚ ਫੜਦੇ ਹਨ। ਕਹਿੰਦੇ ਹਨ ਠੀਕ ਹੈ, ਤੁਸੀਂ ਜੋ ਰਸਤਾ ਦੱਸ ਰਹੇ ਹੋ, ਚਿਰਾਗ ਸਾਡੇ ਹੱਥ ਦੇ ਵਿੱਚ ਫੜਾ ਰਹੇ ਹੋ, ਪ੍ਰਕਾਸ਼। ਤੁਹਾਡੀ ਅਸੀਂ ਗੱਲ ਮੰਨਦੇ। ਗੱਲ ਕਿਹਦੀ ਮੰਨਦਾ ਹੈ ਆਦਮੀ? ਜਿੱਤੇ ਭਾਵ ਨਾ ਹੋਵੇ, ਸ਼ਰਧਾ ਹੋਵੇ, ਕਿਉਂਕਿ ਅਗਿਆਤ ਮਾਰਗ ਹੈ ਨਾ, ਫਿਰ ਦੱਸਿਆ ਵੀ ਨਹੀਂ ਜਾ ਸਕਦਾ, ਨਕਸ਼ਾ ਬਣਾ ਕੇ ਵੀ ਨਹੀਂ ਤੁਹਾਨੂੰ ਦਿੱਤਾ ਜਾ ਸਕਦਾ, ਕਿਉਂਕਿ ਉਹਦਾ ਨਕਸ਼ਾ ਵੀ ਨਹੀਂ ਬਣ ਸਕਦਾ, ਕਿਉਂਕਿ ਇੱਕ ਪਾਸੇ ਨਹੀਂ ਹੈ। ਇੱਥੇ ਦੀ ਸ਼ਰਧਾ ਨਾ, ਕਹਿੰਦੇ ਨਾ ਅੰਨੀ ਸ਼ਰਧਾ ਹੋਣੀ ਚਾਹੀਦੀ। ਅੰਨੀ ਸ਼ਰਧਾ ਦਾ ਭਾਵ ਕਿ ਜਿਹਦਾ ਤੁਹਾਨੂੰ ਕੁਛ ਵੀ ਨਹੀਂ ਪਤਾ ਹੈ, ਕੁਛ ਖਿਆਲ ਵਿੱਚ ਨਹੀਂ, ਤੇ ਸ਼ਰਧਾ ਦੁਆਰਾ ਤੁਸੀਂ ਉਹਦੇ ਪਿੱਛੇ ਚੱਲ ਪੈਂਦੇ ਹੋ, ਭਾਵਨਾ ਕਰਕੇ, ਪ੍ਰੇਮ ਕਰਕੇ। ਉਹ ਕਹਿੰਦਾ ਹੈ ਇਸ਼ਾਰਾ ਕਰਕੇ ਚੱਲੋ, ਤੁਸੀਂ ਚੱਲਦੇ। ਜਿਵੇਂ ਬਾਬੇ ਲਹਿਣੇ ਨੂੰ ਇਸ਼ਾਰਾ ਕੀਤਾ ਸੀ, ਪਾਤਰ ਕੱਢਣ ਵਾਸਤੇ ਚਿੱਕੜ ਦੇ ਵਿੱਚੋਂ,
ਜਾਂ ਭਾਈ ਪੁਰਖਾ ਕੱਢ ਕੇ ਲਿਆ। ਇਸ਼ਾਰਾ ਹੀ ਕੀਤਾ ਸੀ, ਇਸ਼ਾਰਾ ਸਮਝ। ਇਸ਼ਾਰੇ ਦੇ ਪਿੱਛੇ ਬਹੁਤ ਕੁਝ ਹੋਵੇਗਾ। ਗੁਰੂ ਇਸ਼ਾਰਾ ਕਰ ਰਿਹਾ ਤੇ ਇਸ਼ਾਰਾ ਹੌਲੀ ਹੌਲੀ ਗਹਿਰੇ ਪ੍ਰੇਮ ਦੇ ਵਿੱਚ, ਗਹਿਰੇ ਲਗਾਵ ਦੇ ਵਿੱਚ, ਸਮਝ ਵਿੱਚ ਆਉਂਦਾ ਹੈ। ਪਹਿਲਾਂ ਨਹੀਂ ਆਵੇਗਾ। ਸ਼ਬਦਾਂ ਦੁਆਰਾ ਤੁਸੀਂ ਕੁਛ ਨਹੀਂ ਸਮਝ ਸਕਦੇ ਹੋ। ਸ਼ਬਦਾਂ ਦੁਆਰਾ ਸਮਝਣਾ ਹੁੰਦਾ ਤੇ ਸ਼ਬਦ ਥੋੜ੍ਹੇ ਥੋੜ੍ਹੇ ਲਿਖੇ ਹੋਏ। ਕਿੰਨੇ ਗ੍ਰੰਥ ਪੜ੍ਹੇ ਪਏ ਹਨ ਪ੍ਰਮਾਤਮਾ ਦੇ ਮਾਰਗ ਦੱਸਣ ਵਾਸਤੇ, ਬਹੁਤ ਗ੍ਰੰਥ ਹਨ ਤੇ ਲੋਕ ਪੜ੍ਹ ਪੜ੍ਹ ਕੇ ਆਪਣੇ ਆਪ ਹੀ ਸਮਝ ਲੈਣ। ਨਹੀਂ, ਸਮਝ ਵਿੱਚ ਨਹੀਂ ਆਉਂਦਾ। ਉਪਦੇਸ਼ ਵੀ ਤੁਸੀਂ ਬਾਬੇ ਨਾਨਕ ਦਾ ਪੜ੍ਹੋ ਤਾਂ ਵੀ ਸਮਝ ਵਿੱਚ ਨਹੀਂ ਆਉਂਦਾ। ਕੌਣ ਚੱਲ ਰਿਹਾ ਹੈ, ਪਕੜ ਵਿੱਚ ਹੀ ਨਹੀਂ ਆਉਂਦਾ ਹੈ। ਭਾਵੇਂ ਅਰਥ ਕਰ ਕਰਕੇ ਵੀ ਸਮਝਣ ਦੀ ਕੋਸ਼ਿਸ਼ ਕਰੋ, ਨਹੀਂ ਸਮਝ ਵਿੱਚ। ਇਹ ਤੇ ਜਿਹੜਾ ਜਾਣਦਾ ਹੈ, ਜਿਹਨੇ ਜਾਣਿਆ ਹੈ, ਉਹ ਉਹਨਾਂ ਸ਼ਬਦਾਂ ਦੁਆਰਾ ਫੇਰ ਤੁਹਾਨੂੰ ਇਸ਼ਾਰਾ ਕਰਦਾ ਹੈ। ਬਾਬੇ ਨਾਨਕ ਨੇ ਇਹ ਇਸ਼ਾਰਾ ਇਸ ਢੰਗ ਨਾਲ ਕੀਤਾ। ਇਸ ਕਰਕੇ ਮੈਂ ਭਾਵ ਅਰਥ ਦੀ ਗੱਲ ਕਰਦਾ ਵੀ ਉਹਨਾਂ ਦਾ ਭਾਵ ਇਹ ਹੈ, ਭਾਵ ਕਿ ਉਹ ਇਸ ਢੰਗ ਨਾਲ ਇਸ਼ਾਰਾ ਕਰ ਰਹੇ। ਚਲੋ, ਜਿਵੇਂ ਤੁਸੀਂ ਦੇਖਿਆ ਹੈ ਨਾ ਵੀ ਕਿਸੇ ਸ਼ਹਿਰ ਨੂੰ ਤੁਸੀਂ ਜਾਣਾ ਹੋਵੇ ਤੇ ਰਸਤੇ ਦੇ ਵਿੱਚ ਤੀਰ ਦਾ ਨਿਸ਼ਾਨ ਲੱਗਾ ਹੁੰਦਾ ਹੈ, ਇੰਨੇ ਕਿਲੋਮੀਟਰ ਤੇ ਇਹ ਸ਼ਹਿਰ ਹੈ, ਤੇ ਤੁਸੀਂ ਉਧਰ ਨੂੰ ਜਾਂਦੇ ਹੋ ਜਿੱਧਰ ਨੂੰ ਤੀਰ ਦਾ ਨਿਸ਼ਾਨ ਲੱਗਾ ਹੋਵੇ। ਇਸ਼ਾਰਾ ਹੈ। ਇੱਦਾਂ ਹੀ ਇਹ ਇਸ਼ਾਰੇ ਹਨ ਤੇ ਇਸ਼ਾਰੇ ਸਮਝੋ। ਖਾਮੋਸ਼ ਨਹੀਂ ਹੈ, ਰੋਜ਼ ਹੀ ਬੋਲ ਰਿਹਾ, ਰੋਜ਼ ਹੀ ਇਸ਼ਾਰੇ ਕਰ ਰਿਹਾ। ਬਹੁਤ ਢੰਗ ਨਾਲ ਇਸ਼ਾਰੇ ਕੀਤੇ ਜਾ ਰਹੇ ਵੀ ਕੋਈ ਨਾ ਕੋਈ ਤੇ ਤੁਸੀਂ ਸਮਝੋਗੇ। ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ। ਤੇ ਫੈਸਲਾ ਜਿਹੜਾ ਹੈ ਨਾ, ਉਹ ਤੁਹਾਡੇ ਹੱਕ ਵਿੱਚ ਨਹੀਂ ਦਿੱਤਾ ਜਾਵੇਗਾ, ਕਿਉਂਕਿ ਤੁਹਾਡੇ ਹੱਕ ਦੇ ਵਿੱਚ ਦਿੱਤਾ ਗਿਆ ਤੇ ਤੁਹਾਡਾ ਹੀ ਮਨ ਮਜ਼ਬੂਤ ਹੋਵੇਗਾ। ਇਹ ਵੀ ਗੱਲ ਖਿਆਲ ਵਿੱਚ ਰੱਖੋ। ਤੁਹਾਡੇ ਹੱਕ ਦੇ ਵਿੱਚ ਕੁਛ ਕਿਹਾ ਗਿਆ, ਜੋ ਤੁਹਾਨੂੰ ਠੀਕ ਹੈ ਲੱਗਦਾ ਹੈ, ਉਹ ਕਿਹਾ ਜਾਵੇ ਤੁਹਾਡੇ ਹੱਕ ਦੇ ਵਿੱਚ। ਹੱਕ ਦੇ ਮਤਲਬ ਕੀ ਭਾਵ ਹੋਇਆ ਵੀ ਜੋ ਤੁਸੀਂ ਚਾਹੁੰਦੇ ਹੋ, ਫਿਰ ਤੁਹਾਡਾ ਹੀ ਮਨ ਮਜ਼ਬੂਤ ਹੋਵੇਗਾ। ਇਸ ਕਰਕੇ ਤੁਹਾਡੇ ਹੱਕ ਦੇ ਵਿੱਚ ਨਹੀਂ ਹੋਵੇਗਾ ਕੁਛ ਵੀ। ਤੁਸੀਂ ਆਪਣਾ ਹੱਕ ਛੱਡੋ। ਤਾਂ ਇੱਧਰ ਜੋ ਕਿਹਾ ਜਾ ਰਿਹਾ ਹੈ ਨਾ, ਉਹਨਾਂ ਇਸ਼ਾਰਿਆਂ ਨੂੰ ਸਮਝੋ। ਸ਼ਬਦਾਂ ਦੁਆਰਾ ਜੋ ਇਸ਼ਾਰੇ ਕੀਤੇ ਜਾ ਰਹੇ ਉਹਨਾਂ ਨੂੰ ਸਮਝੋ। ਹਾਂ, ਦੂਰੋਂ ਸਮਝਣੇ ਥੋੜ੍ਹੇ ਜਿਹੇ ਕਠਿਨ ਹਨ ਇਸ਼ਾਰੇ। ਇਹ ਤੇ ਮੈਂ ਮੰਨਦਾ ਹਾਂ ਕਿ ਤੁਸੀਂ ਬਹੁਤ ਦੂਰ ਹੋ ਸਾਰੇ ਸੁਣਨ ਵਾਲੇ, ਤੇ ਦੂਰੋਂ ਇਸ਼ਾਰੇ ਸਮਝਣੇ ਕਠਿਨ ਹਨ। ਕੋਲੇ ਹੋਵੇ ਤੇ ਥੋੜ੍ਹਾ ਜਿਹਾ ਸਖਾਲਾ ਹੋ ਜਾਂਦਾ ਹੈ, ਕਿਉਂਕਿ ਸਾਹਮਣੇ ਤੇ ਜ਼ਿਆਦਾ ਛੇਤੀ ਸਮਝ ਲੈਂਦਾ ਹੈ। ਉਹ ਵੀ ਸਮਝਣ ਵਾਲਾ ਹੋਵੇ ਤਾਂ, ਜਿਹਨੂੰ ਪਿਆਰ ਹੋਵੇ, ਸ਼ਰਧਾ ਹੋਵੇ ਤੇ ਸਮਝਦਾ। ਹਾਂ, ਉਹ ਵੀ ਸਮਾਂ ਆਵੇਗਾ ਜਦੋਂ ਤੁਸੀਂ ਨੇੜੇ ਹੋ ਕੇ ਵੀ ਇਸ਼ਾਰੇ ਸਮਝ ਸਕਦੇ ਹੋ। ਆ ਹੀ ਰਿਹਾ ਹੈ ਸਮਾਂ, ਤੁਸੀਂ ਨੇੜੇ ਹੋ ਕੇ ਵੀ ਸਮਝ ਸਕਦੇ ਹੋ। ਅਗਰ ਦੂਰੋਂ ਨਹੀਂ ਸਮਝ ਵਿੱਚ ਆਉਂਦੇ ਤੇ ਨੇੜੇ ਆ ਕੇ ਸਮਝ ਸਕਦੇ ਹੋ। ਤੇ ਇਸ਼ਾਰਾ ਹੀ ਕੀਤਾ ਜਾ ਰਿਹਾ ਹੈ, ਸ਼ਬਦਾਂ ਦੁਆਰਾ ਰੋਜ਼ ਹੀ ਬੋਲਿਆ ਜਾ ਰਿਹਾ। ਤੇ ਇਹ ਤੇ ਇਲਜ਼ਾਮ ਤੁਸੀਂ ਨਾ ਲਾਓ ਵੀ ਖਾਮੋਸ਼ ਕਿਉਂ ਹੈ। ਨਹੀਂ, ਖਾਮੋਸ਼ ਨਹੀਂ, ਤੁਹਾਡੇ ਸਾਹਮਣੇ ਰੋਜ਼ ਹੀ ਬੋਲ ਰਿਹਾ, ਰੋਜ਼ ਹੀ ਇਸ਼ਾਰੇ ਕਰ ਰਿਹਾ, ਤੇ ਰੋਜ਼ ਹੀ ਹੌਸਲਾ ਦੇ ਰਿਹਾ, ਰੋਜ਼ ਹੀ ਤੁਹਾਡੇ ਹੱਥ ਦੇ ਵਿੱਚ ਚਿਰਾਗ ਫੜਾ ਰਿਹਾ
भी आ लो चिराग, आ लो दीपक, आ लो ज्योति, आ लो प्रकाश। देखो रस्ता, तुसी खुद देखो ते चलो। हाँ, मंजिल नजर नहीं आवेगी, मंजिल दूर है, पर रस्ता दिखेगा ਤੁਹਾਨੂੰ अगर चिराग हथ दे विच फड़ोगे। ते हौसला भी दे रहे हैं तुसी, घबराओ ना, बेधड़क चलो। परवाह ना करो दुनिया दी, दुनिया ਦੀ परवाह करके ਤੁਸੀਂ हर वक्त ही, हर समय ही, हर जन्म ਦੇ ਵਿੱਚ ਹੀ ਰਹਿ ਜਾਂਦੇ ਹੋ ਸੰਸਾਰ ਦੇ ਵਿੱਚ। ਦਰਅਸਲ ਦੁਨੀਆ ਤੋਂ ਡਰਦਾ ਹੋਇਆ ਹੀ ਆਦਮੀ ਦੁਨੀਆ 'ਚ ਫਸਿਆ ਰਹਿੰਦਾ, ਘਬਰਾ ਜਾਂਦਾ ਹੈ। ਲੋਕ ਲਾਜ, ਲੋਕ ਕੀ ਕਹਿਣਗੇ, ਫਿਰ ਇਹ ਵੀ ਘਬਰਾਉਂਦਾ ਹੈ ਅਗਰ ਲੋਕਾਂ ਤੋਂ ਵਿਪਰੀਤ ਮੈਂ ਚੱਲ ਪਿਆ ਜਾਂ ਚੱਲ ਪਈ ਤੇ ਲੋਕਾਂ ਨੇ ਸਾਥ ਛੱਡ ਦਿੱਤਾ ਤੇ ਅੱਗੇ ਹੋ ਸਕਦਾ ਮੰਜ਼ਿਲ ਮਿਲੇ ਨਾ ਮਿਲੇ। ਨਹੀਂ, ਐਸੀ ਦੁਬਿਧਾ ਦੇ ਵਿੱਚ ਨਾ ਪਾਓ। ਜਿਹੜਾ ਵੀ ਪ੍ਰਭੂ ਵੱਲ ਨੂੰ ਤੁਰਿਆ ਹੈ ਨਾ, वो ऐसा नहीं है। दरअसल गल उल्टी हुंदी है। ਜਿਹੜਾ ਡਰਦਾ ਹੈ ਨਾ, ਘਬਰਾਉਂਦਾ ਹੈ ਵੀ ਪਤਾ ਨਹੀਂ ਮੰਜ਼ਿਲ ਮਿਲੇ ਨਾ ਮਿਲੇ, ਉਹ ਹੀ ਰਹਿ ਜਾਂਦਾ ਹੈ। ਜਿਹੜਾ ਚੱਲ ਪੈਂਦਾ ਹੈ ਸਾਹਸ ਦੇ ਨਾਲ ਵੀ ਪ੍ਰਮਾਤਮਾ ਵੱਲ ਨੂੰ ਜਾ ਰਹੇ ਹਾਂ, ਇਹ ਜਨਮ तुम्हारे लिए ਫੜੂਗਾ ਹੀ ਨਾ ਅਕਸਰ ਬਾਂਹ, परमात्मा वालू जा रहे हो ते परमात्मा ते भरोसा नहीं, शरदा नहीं। संसार ते ज्यादा शरदा है लगता तो, संसार की गल ज्यादा मन लेंदे। संसारी लोग कह देंदे हन कि ना ना उधर ना जाए, भटक जोग मर जोग। वो रस्ता बड़ा कठिन है। इवें मीरा भी जो चली सी इस मार्ग ते बहुत रुकावटां पईयां सन। देखो इस्त्री इन्ना साहस करे बहुत कठिन है, बहुत ज़्यादा हिम्मत साहस। सारियां ना बगावत की, फिर सम्राट दे नाल बगावत की। उस समय जिहड़े लोग सन राजपूत, वो बड़े कठोर सन इस्त्री वास्ते। इस्त्री का घूंघट भी अगर लै जाए तो बर्दाश्त नहीं से करते, जिवें इस्लाम जगत च। पर देखो मीरा ने परवाह नहीं की। प्रभु ते किन्ना भरोसा होवेगा भी तू है मेरा, हुण तू बचाएगा, ये लोगों तो भी तू बचाएगा। उन्होंने वेखो जहर पिआउण की भी कोशिश की, परमात्मा ने बचाया। सारिया विपतां दे विचों बचा लैंदा है परमात्मा। परमात्मा वाल नूं जिहड़ा चलदा है परमात्मा बचावेगा नहीं, हथ दे के रखदा है। जिहड़ा परमात्मा प्रभु वाल नूं जांदा है, प्रभु दा प्यार अपने प्यारे दी लाज ते रखदा है ना। तुसीं पढ़दे भी हो भगतां की जुग जुग रखदा आया, पढ़दे ही हो भी जुगां जुगंतरां दे विच भगतां दी पैज रखदा है। प्रहलाद दी पैज रखी, हरनाक्ष दुष्ट मार मुकाया। देखो तुसीं रोज़ ही पढ़दे सुनदे भी हो, फिर भी नहीं। अगर तुसीं वास्तविक दे विच प्रभु दे प्यारे बन जाओ ना, ते प्रभु दी फिर जिम्मेवारी हो जाती। जे तुसीं ओनू हथ फड़ा दिता, जिन्नू हथ फड़ाया उहदी फिर जिम्मेवारी हुंदी है कि मेरे हथ दे विच हथ दिता है, हुण मेरा फर्ज बनता है हर वक्त इहदी रक्षा करनी। ते इदां ही परमात्मा करदा है, अपने भगत दी पैज रखदा है, ਉਹਨੂੰ बचाउंदा है संसार तो। तत्ती वाह नहीं कहंदे ना लगन दिंदा। चौगिरद हमारे राम कर, दुख लगे न पाए।
ਉਹ ਭਗਤਾਂ ਵਾਸਤੇ, ਪ੍ਰਭੂ ਪਿਆਰਿਆਂ ਵਾਸਤੇ ਵੀ ਪਰਮਾਤਮਾ ਇਹੋ ਜਿਹੀ ਵਿਵਸਥਾ ਕਰਦਾ ਹੈ। ਹੁਣ ਸੰਸਾਰ ਦੀ ਫਿਰ ਹਵਾ ਤੱਤੀ ਨਹੀਂ ਲੱਗਦੀ। ਸੰਸਾਰ 'ਚ ਤੇ ਤੱਤੀ ਹਵਾ ਵਗ ਰਹੀ ਹੈ, ਅੱਗ ਬਲ ਰਹੀ ਹੈ। ਅੱਗ ਦੇ ਵਿੱਚ ਲੋਕ ਸੜ ਰਹੇ ਹਨ। ਈਰਖਾ, ਦਵੈਸ਼, ਬਖੀਲੀ, ਚੁਗਲੀ, ਨਿੰਦਾ, ਕਿੰਨਾ ਕੁਛ, ਇੱਕ ਦੂਸਰੇ ਨਾਲ ਕਿੰਨੀ ਹਿੰਸਾ। ਇਹ ਸਭ ਅੱਗ ਹੈ। ਅੱਗ 'ਚ ਸੜ ਰਹੇ ਹਨ ਲੋਕ, ਭੁੱਜ ਰਹੇ ਹਨ। ਕਾਮ ਕ੍ਰੋਧ ਕਾਇਆ ਕੋ ਜਾਲੇ, ਜਿਉਂ ਕੰਚਨ ਸੋ ਹਾਗਾ ਟਾਲੇ। ਸੜ ਰਹੇ ਹਨ। ਉਹਨੂੰ ਫਿਰ ਨਹੀਂ ਸੜਨ ਦਿੰਦਾ ਹੈ ਪਰਮਾਤਮਾ, ਉਹਨੂੰ ਬਾਹਰ ਕੱਢ ਲੈਂਦਾ ਆਪਣੇ ਪਿਆਰੇ। ਚੱਲੋ ਤੁਸੀਂ, ਹੌਸਲਾ ਕਰੋ ਥੋੜ੍ਹਾ ਜਿਹਾ, ਘਬਰਾਓ ਨਾ, ਸ਼ਰਧਾ ਰੱਖੋ ਤੇ ਆਓ ਤੁਸੀਂ। ਇੱਧਰ ਇਸ਼ਾਰਾ ਕੀਤਾ ਜਾ ਰਿਹਾ ਹੈ, ਇਸ਼ਾਰਿਆਂ ਨੂੰ ਤੁਸੀਂ ਸਮਝੋ। ਤੇ ਹੌਲੀ ਹੌਲੀ ਸਮਝਣ ਦੀ ਕੋਸ਼ਿਸ਼ ਕਰੋ। ਸ਼ਬਦਾਂ ਦੁਆਰਾ ਇਸ਼ਾਰਾ ਹੀ ਹੁੰਦਾ। ਥੋੜ੍ਹੀ ਜਿਹੀ ਨੇੜਤਾ ਬਣਾਓਗੇ, ਅੰਦਰੂਨੀ ਨੇੜਤਾ। ਬਾਹਰੀ ਨੇੜਤਾ ਨਾ ਵੀ ਹੋਵੇ, ਅੰਦਰੂਨੀ ਨੇੜਤਾ ਹੋ ਸਕਦੀ। ਤੇ ਅੰਦਰੂਨੀ ਨੇੜਤਾ ਬਣਾਓ ਥੋੜ੍ਹੀ ਜਿਹੀ, ਤੁਹਾਨੂੰ ਥੋੜ੍ਹੇ ਥੋੜ੍ਹੇ ਇਸ਼ਾਰੇ ਸਮਝ ਵਿੱਚ ਆਉਣਗੇ। ਕਈਆਂ ਨੂੰ ਆ ਰਹੇ ਹਨ ਜਿਨ੍ਹਾਂ ਦੀ ਨੇੜਤਾ ਬਣ ਰਹੀ। ਤੇ ਖਿਆਲ ਵਿੱਚ ਰੱਖੋ, ਸ਼ਿਕਾਇਤ ਨਾ ਕਰੋ। ਪ੍ਰੇਮ ਦੇ ਵਿੱਚ ਗਿਲੇ ਸ਼ਿਕਵੇ ਨਹੀਂ ਹੁੰਦੇ, ਸ਼ਿਕਾਇਤ ਨਹੀਂ ਹੁੰਦੀ। ਇੱਧਰ ਹਰ ਵਕਤ ਹੀ ਸਮਝਾਇਆ ਜਾ ਰਿਹਾ ਹੈ, ਹਰ ਵਕਤ ਹੀ ਕਿਹਾ ਜਾ ਰਿਹਾ, ਹੌਸਲਾ ਦਿੱਤਾ ਜਾ ਰਿਹਾ, ਪ੍ਰਕਾਸ਼ ਦਿੱਤਾ ਜਾ ਰਿਹਾ, ਗਿਆਨ ਦਾ ਪ੍ਰਕਾਸ਼। ਲਓ, ਦੇਖੋ, ਰਸਤਾ ਤੁਹਾਨੂੰ ਨਜ਼ਰ ਆਵੇਗਾ। ਜਿਹੜੇ ਦੇਖ ਰਹੇ ਹਨ ਉਹਨਾਂ ਨੂੰ ਆਉਂਦਾ ਵੀ, ਹਾਂ ਜਿਹੜੇ ਨਹੀਂ ਦੇਖ ਰਹੇ ਹਨ ਉਹਨਾਂ ਨੂੰ ਨਹੀਂ ਆਵੇਗਾ। ਇਹੋ ਜਿਹੇ ਮੈਂ ਕਹਿੰਦਾ ਹੈ ਸ਼ਬਦ ਕਈ ਉੱਦਾਂ ਹੀ ਸੁਣੇ ਅਣਸੁਣੇ ਕਰ ਦਿੰਦੇ ਹਨ। ਇੱਕ ਕੰਨ ਤੋਂ ਪਾਏ ਦੂਸਰੇ 'ਤੇ ਕੱਢੇ, ਉਹਨਾਂ ਨੂੰ ਕੁਛ ਵੀ ਪਤਾ ਨਹੀਂ ਲੱਗਦਾ। ਕਈਆਂ ਨੂੰ ਈਰਖਾ ਪੈਦਾ ਹੁੰਦੀ। ਹਾਂ, ਕੁਛ ਐਸੇ ਹਨ ਉਹ ਸ਼ਬਦਾਂ ਦੁਆਰਾ ਗਹਿਰਾਈ 'ਚ ਜਾ ਰਹੇ ਹਨ। ਗਹਿਰਾਈ 'ਚ ਉਹ ਜਾ ਰਿਹਾ ਹੈ ਜਿਹਨੂੰ ਇਸ਼ਾਰਾ ਸਮਝ ਵਿੱਚ ਆ ਰਿਹਾ ਹੈ ਸ਼ਬਦਾਂ ਦੁਆਰਾ। ਖਿਆਲ ਵਿੱਚ ਰੱਖੋ, ਸ਼ਬਦਾਂ ਦੁਆਰਾ ਇਸ਼ਾਰਾ ਸਮਝ ਵਿੱਚ ਆਵੇਗਾ ਤਾਂ ਹੀ ਗਹਿਰਾਈ 'ਚ ਜਾਓਗੇ। ਸਿਰਫ ਸ਼ਬਦ ਦੁਆਰਾ ਨਹੀਂ ਜਾਓਗੇ, ਸ਼ਬਦਾਂ ਦੁਆਰਾ ਜੋ ਕਿਹਾ ਗਿਆ ਹੈ, ਜੋ ਭਾਵ ਹੈ, ਜੋ ਇਸ਼ਾਰਾ ਹੈ, ਉਹਨਾਂ ਦੁਆਰਾ ਗਹਿਰਾਈ 'ਚ ਕਹੀ ਜਾ ਰਹੇ। ਸਿਰਫ ਸ਼ਬਦ ਸੁਣ ਕੇ ਉਹਨਾਂ ਨੂੰ ਆ ਹੀ ਰਿਹਾ ਹੈ, ਤੁਹਾਨੂੰ ਵੀ ਆਵੇਗਾ। ਵਿਸ਼ਵਾਸ ਰੱਖੋ, ਸ਼ਰਧਾ ਰੱਖੋ, ਭਾਵਨਾ ਰੱਖੋ। ਅਗਰ ਤੁਹਾਡੀ ਭਾਵਨਾ ਹੈ ਮੰਜ਼ਿਲ ਤੱਕ ਪਹੁੰਚਣ ਦੀ, ਉਸ ਪਿਆਰੇ ਨੂੰ ਹਾਸਲ ਕਰਨ ਦੀ, ਉਸ ਪ੍ਰੀਤਮ ਤੱਕ ਪਹੁੰਚਣ ਦੀ, ਸੰਸਾਰ ਤੋਂ ਮੁਕਤ ਹੋਣ ਦੀ, ਤੇ ਤੁਸੀਂ ਜ਼ਰੂਰ ਮੁਕਤ ਹੋਵੋਗੇ। ਤੁਸੀਂ ਇੱਕ ਕਦਮ ਚੱਲੋਗੇ। ਕਹਿੰਦੇ ਹਨ ਨਾ, ਇੱਕ ਕਦਮ ਚੱਲੇ ਤੇ 1000 ਕਦਮ ਆਉਂਦਾ ਹੈ। ਚੱਲੋ ਤੇ ਸਹੀ ਤੁਸੀਂ। ਉਹ ਉਂਗਲ ਫੜਾਓਗੇ ਤੇ ਉਹ ਹੱਥ ਫੜਨ ਨੂੰ ਤਿਆਰ ਹੈ। ਸਮਝੋ, ਇਹ ਵੀ ਇਸ਼ਾਰਾ ਹੀ ਹੈ, ਸਮਝਣ ਦੀ ਕੋਸ਼ਿਸ਼ ਕਰੋ।